ਅੱਗੇ ਵਧਦੇ ਹਾਂ। ਬੀਐਸਐਫ ਦੇ ਮੁੱਦੇ ਤੇ ਅੱਜ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਦੇ ਵਿੱਚ ਬੋਲੇ। ਜੀ ਹਾਂ, ਬੀਐਸਐਫ ਨੂੰ ਵੱਧ ਅਧਿਕਾਰ ਖੇਤਰ ਦਿੱਤੇ ਜਾਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਬਿਲਕੁਲ ਸਹੀ ਕਰਾਰ ਦਿੱਤਾ, ਕਿਉਂਕਿ ਇਸ ਦੀ ਆਲੋਚਨਾ ਚਾਰੇ ਪਾਸੇ ਹੋ ਰਹੀ ਸੀ। ਸੂਬਿਆਂ ਦੇ ਹੱਕ ਖੋਏ ਜਾਣ ਦੀ ਗੱਲ ਕਹੀ ਜਾ ਰਹੀ ਸੀ, ਪਰ ਅਮਿਤ ਸ਼ਾਹ ਕਹਿੰਦੇ ਨੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਨੇ ਕਿ ਇਹ ਬਿਲਕੁਲ ਠੀਕ ਹੈ। ਅੱਜ ਨਸ਼ਿਆਂ ਦੇ ਮੁੱਦੇ ਤੇ ਉਹ ਸੰਸਦ ਦੇ ਵਿੱਚ ਜਿਹੜੇ ਸੰਸਦਾਂ ਵੱਲੋਂ ਸਵਾਲ ਚੁੱਕੇ ਗਏ ਸਨ, ਉਸ ਦਾ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਬਿਨਾਂ ਅਧਿਕਾਰਾਂ ਤੋਂ ਕਿਵੇਂ ਸਰਹੱਦਾਂ ਤੇ ਸੁਰੱਖਿਆ ਕਰ ਸਕੇਗੀ बीएसएफ या कोई होर फोर्स। बीएसएफ कोई विदेशी एजेंसी नहीं, ये कहना अमित शाह दा। बीएसएफ ਨੂੰ ਅਧਿਕਾਰ ਦੇਣਾ ਸੂਬਿਆਂ ਦਾ ਹੱਕ ਖੋਣਾ ਨਹੀਂ ਹੈ। ਨਸ਼ਿਆਂ ਦੇ ਮੁੱਦੇ ਤੇ ਸੰਸਦ ਵਿੱਚ ਬੋਲ ਰਹੇ ਸਨ ਕੇਂਦਰੀ ਗ੍ਰਹਿ ਮੰਤਰੀ अमित शाह। बीएसएफ को अधिकार देते हैं तो कहते हैं राज्यों के अधिकार ले लिए, तो बीएसएफ वहां क्या करेगी भाई? आप बताइए मुझे, क्या करेगी? मान्यवर, ऐसा मसला नहीं है। और बीएसएफ कौन सी फॉरेन एजेंसी है? हमारे देश के दुश्मन ड्रग भेज रहे हैं, बीएसएफ वाले पकड़ेंगे, केस करने का अधिकार नहीं है। एसएसबी वाले पकड़ेंगे, केस करने का अधिकार नहीं है। क्या करेंगे निहत्था बैठकर? जो लोग इसको पॉलिटिकल इश्यू बना रहे हैं वो ड्रग के कारोबार का समर्थन कर रहे हैं। एजेंसियां निहत्ती होकर काम नहीं कर सकती मान्यवर, एजेंसियों को अधिकार देना पड़ेगा। और मेरा स्पष्ट मानना है कि एजेंसियों को अधिकार देना चाहिए। हमारी एजेंसियों पर, देश की एजेंसियों पर, देश का संसद को अगर भरोसा नहीं है तो किस हिम्मत से वो काम करेंगे। इधर बीएसएफ ਨੂੰ ਵੱਧ ਅਧਿਕਾਰਾਂ ਬਾਰੇ ਅਮਿਤ ਸ਼ਾਹ ਦੇ ਬਿਆਨ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਵੀ ਸਾਹਮਣੇ ਆਇਆ। ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਕਿ ਕੇਂਦਰ ਨੂੰ ਸ਼ਾਇਦ ਸੂਬਿਆਂ ਦੀ ਪੁਲਿਸ ਤੇ ਭਰੋਸਾ ਨਹੀਂ ਰਿਹਾ, ਇਸੇ ਕਰਕੇ बीएसएफ ਨੂੰ ਵੱਧ ਅਧਿਕਾਰ ਨੂੰ ਜਾਇਜ਼ ਠਹਿਰਾ ਰਹੇ ਨੇ ਅਮਿਤ ਸ਼ਾਹ। ਸੂਬਿਆਂ ਦਾ ਸ਼ਾਸਨ ਕੇਂਦਰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਜ਼ਰੀਏ। ਨਾਲ ਹੀ ਉਹਨਾਂ ਕਿਹਾ ਕਿ बीएसएफ ਦਾ ਅਧਿਕਾਰ ਖੇਤਰ ਵਧਾਉਣ ਨਾਲ ਹੁਣ ਤੱਕ ਫਿਰ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਕਿਉਂ ਨਹੀਂ ਰੁਕੀ? ਨਸ਼ੇ ਦੀ ਤਸਕਰੀ ਤਾਂ ਉਵੇਂ ਹੀ ਜਾਰੀ ਹੈ। ਕਿ ਇਸ ਦਾ ਜਵਾਬ ਦੇਣਗੇ ਅਮਿਤ ਸ਼ਾਹ। ਅੱਜ ਮਾਨਯੋਗ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਲੋਕ ਸਭਾ ਵਿੱਚ ਜਿਹੜਾ ਬਿਆਨ ਦਿੱਤਾ, ਮੈਂ ਸਮਝਦਾ ਇਸ ਗੱਲ ਦੇ ਸੰਕੇਤ ਨੇ ਕਿ ਭਾਰਤ ਸਰਕਾਰ ਨੂੰ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਤੇ ਵਿਸ਼ਵਾਸ ਨਹੀਂ ਰਿਹਾ। ਭਾਰਤ ਸਰਕਾਰ ਸੂਬਿਆਂ ਦੀ ਜਿਹੜੀ ਸਟੇਟ ਦੀ ਪੁਲਿਸ ਮਸ਼ੀਨਰੀ ਆ ਉਹ ਤੇ ਵਿਸ਼ਵਾਸ ਘੱਟ ਕਰ ਰਹੀ ਆ, ਬੀਐਸਐਫ ਤੇ ਵੱਧ ਕਰ ਰਹੀ ਆ। ਤੇ ਬੀਐਸਐਫ ਜੇ ਇੰਨੀ ਤਗੜੀ ਤੇ ਮਜ਼ਬੂਤ ਹੋਵੇ ਫਿਰ ਬਾਹਰਲੇ ਕੰਟਰੀ ਤੋਂ ਨਸ਼ਾ ਆ ਕਿਉਂ ਰਿਹਾ? ਇਹਨੂੰ ਰੋਕਣ ਦੀ ਜ਼ਿੰਮੇਵਾਰੀ ਤਾਂ ਫਿਰ ਬੀਐਸਐਫ ਦੀ ਆ। ਤੇ ਫਿਰ ਐਂਟਰੀ ਕਿਉਂ? ਐਂਟਰੀ ਤਾਂ ਘੱਟੋ ਘੱਟ ਬਾਰਡਰ ਦੇ ਉੱਤੋਂ ਦੀ ਹੁੰਦੀ ਹੈ ਨਾ, ਤੇ ਉੱਥੇ ਕਿਉਂ ਨਹੀਂ ਰੋਕਿਆ ਜਾਂਦਾ? ਪਰ ਇਸ ਤਰ੍ਹਾਂ ਦਾ ਜਿਹੜਾ ਮੈਂ ਸਮਝਦਾ ਸਿੱਧੇ ਤੌਰ ਤੇ ਕੇਂਦਰ ਦੇ ਹਵਾਲੇ ਸੂਬਿਆਂ ਦਾ ਰਾਜ ਪ੍ਰਬੰਧ ਜਾਂ ਕਾਨੂੰਨੀ ਵਿਵਸਥਾ ਲੈਣ ਦੇ ਸੰਕੇਤ ਦਿੱਤੇ ਜਾ ਰਹੇ ਨੇ ਇਸ ਬਿਆਨ ਰਾਹੀਂ। ਔਰ ਮੈਂ ਸਮਝਦਾ ਕਿ ਜਿਹੜੀ ਅਸਲੀ ਸਮੱਸਿਆ ਨਸ਼ਿਆਂ ਦੀ, ਜਿਹੜੀ ਇਹ ਸਮਾਜਿਕ ਬੁਰਾਈ ਆ ਔਰ ਸਮਾਜ ਨੂੰ ਇਹਦੇ ਲਈ ਜਾਗਰਤ ਕਰਨ ਦੀ ਲੋੜ ਆ। ਅਸਲੀ ਸਮੱਸਿਆ ਨੂੰ ਜੇ ਮੈਂ ਸਮਝਦਾ ਇਹਦੀ ਜੜ ਨੂੰ ਜੇ ਰੋਕਣਾ ਤਾਂ ਕੁਦਰਤੀ ਤੌਰ 'ਤੇ ਸਮਾਜ ਨੂੰ ਜਗਾਉਣਾ ਪਏਗਾ, ਸੁਚੇਤ ਕਰਨਾ ਪਏਗਾ। ਉਸ ਪਾਸੇ ਨੂੰ ਸਰਕਾਰਾਂ ਚੱਲ ਨਹੀਂ ਰਹੀਆਂ। ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਹੀ ਇਹ ਨਜ਼ਰੀਏ ਨਾਲ ਹੀ ਨਸ਼ਿਆਂ ਨੂੰ ਦੇਖਿਆ ਜਾ ਰਿਹਾ। ਸੋ ਮੈਂ ਸਮਝਦਾ ਕੁੱਲ ਮਿਲਾ ਕੇ ਲੋਕ ਸਭਾ ਵਿੱਚ ਜਿਹੜੀ ਬਹਿਸ ਹੋਈ ਆ ਉਹ ਅਸਲੀ ਮਾਇਨਿਆਂ ਵਿੱਚ ਜੋ ਅਸਲੀਅਤ ਤੋਂ ਪਰੇ ਹਟ ਕੇ ਇਹਨੂੰ ਕੇਵਲ ਤੇ ਕੇਵਲ ਅਮਨ ਕਾਨੂੰਨ ਦੀ ਜਾਂ ਸਮੱਸਿਆ ਦੇ ਤੌਰ 'ਤੇ ਹੀ ਨਜਿੱਠਣ ਵੱਲ ਤੁਰੀ ਆ। ਇਹਨੂੰ ਬਿਮਾਰੀ ਜਿਹੜੀ ਸਮਾਜਿਕ ਸਮੱਸਿਆ ਦੇ ਤੌਰ 'ਤੇ ਸਮਝ ਕੇ ਉਹਦੇ ਹੱਲ ਲੱਭਣ ਵੱਲ ਨਹੀਂ ਗਈ। ਅਤੇ ਦੂਜਾ ਮੈਂ ਸਮਝਦਾ ਕਿ ਇਸ ਡਿਸਕਸ਼ਨ ਦੇ ਵਿੱਚੋਂ ਕੇਂਦਰ ਨੇ ਇੱਕ ਵਾਰ ਫੇਰ ਜਿਹੜੀ ਸੂਬਿਆਂ ਦੀ ਲਾਅ ਐਂਡ ਆਰਡਰ ਦੀ ਮਸ਼ੀਨਰੀ ਆ ਉਹਨੂੰ ਫੇਲਰ ਉਹਦਾ ਸ਼ੋਅ ਕਰਕੇ ਕੇਂਦਰੀ ਰਾਜ ਪ੍ਰਬੰਧ ਸੂਬਿਆਂ ਵਿੱਚ ਸਥਾਪਿਤ ਕਰਨ ਦੇ ਸੰਕੇਤ ਦਿੱਤੇ ਨੇ। इधर संसद में अज केंद्रीय खजाना मंत्री निर्मला सीतारमन ने बिना नाम लए पंजाब सरकार ते वड्डा हमला कर दिता। उन्होंने कहा कि देश भर में इश्तिहारबाजी नाल एक सूबे की सरकार जिहड़ी है वो अपने मुलाजमां नूं तनख्वाहां भी समय सिर नहीं दे पा रही। जी हाँ, उन्होंने कहा कि इश्तिहारबाजी पूरे देश में की जा रही है, पर इन्ना पैसा नहीं, क्योंकि पैसे का इस्तेमाल इश्तिहारबाजी में किया जा रहा है। पूरे देश में इश्तिहार चलाए जा रहे हैं। सूबा सरकार को मुलाजमान दी तनख्वाहां लई भी फंड नहीं है। उन्होंने कहा कि जिहड़ी फ्री बीज, जिहड़ी रेवड़ियां की गल की जाती है या फ्री सहूलतां की गल की जाती है या सबसिडी की गल की जाती है, उस पर किसी को एतराज़ नहीं, बशर्ते
इन्हां सारियां चीज़ां दी तजवीज़ बजट दे विच रखी जानी चाहिए है। दस्सिया जाना चाहिए कि फंड्स कित्थों आउणगे, कित्थे यूटिलाइजेशन होएगी, कित्थे उसनूं वरतिया जाएगा। इसनूं रैशनलाइज किया जाना चाहिए, ना कि इस दे विच कोई इल्ज़ाम तराशी का मामला जिहड़ा है वो करना चाहिए। तुहानूं दस दईए कुछ दिन पहला राघव चड्ढा ने, सांसद राघव चड्ढा ने सरकार दा केंद्र सरकार ते सवाल चुके सन ते कहा सी कि साडी सबसिडी नूं रेवड़ी दस्सिया जांदा है ते आप जिहड़ी रेवड़ी या मुफ्त सहूलतां केंद्र सरकार दिंदी है उसनूं सबसिडी का नाम दिता जाता है। इत्थे तीस्ता रमन ने निर्मला सीतारमन ने माफ करना, निर्मला सीतारमन ने तिखा जवाब देता है केंद्रीय खजाना मंत्री। आओ सुनते हैं। The last couple of months, sir, they have been highlighted. They have continuously been highlighted. The papers are highlighting that one state government is unable to timely pay salaries of its government employees. And employees are protesting. I have not named any state. But you see such reports in the media. It's perhaps because funds are being used in giving numerous different advertisements all over the country, and the state government therefore remains incapable of giving salaries. Now subsidies or freebies are therefore to be contextualized, and if you're able to put it in your budget and make a provision for it, and when your revenues come, you give the monies, why would anyone have an objection? Education, health, and also many subsidies given to farmers are all fully justified. Nobody's got a problem with it. So I just want to highlight that many of these things will have to be contextualized rather than us quickly, trying to gain one or the other brownie point. वेला एक छोटी जी ब्रेक का ब्रेक तो बाद गल करांगे हरियाणा दी एडॉक कमेटी जिहड़ी हरियाणा श्रोमणी कमेटी है HSGMC उसकी अज एडॉक कमेटी की चोण हुई है।